ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਰਾਂਦ ਦੇ ਦਿਹਾੜੇ ਦੇ ਸੰਬੰਧ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਓ ਜੀ। ਇੱਕ ਵਾਰ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਸਰਬੱਤ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੁਝ ਸਮੇਂ ਤੋਂ ਗੁਰਬਾਣੀ ਦੇ ਕੀਰਤਨ ਅਤੇ ਕਥਾ ਦੁਆਰਾ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ। ਅੱਜ ਮਾਘ ਮਹੀਨੇ ਦੀ ਸਮਾਪਤੀ ਅਤੇ ਫੱਗਣ ਮਹੀਨੇ ਦੀ ਸ਼ੁਰੂਆਤ ਹੋਈ ਹੈ। ਮਹਾਂਪੁਰਖਾਂ ਦੀ ਪ੍ਰੇਰਣਾ ਦੁਆਰਾ ਅਨੇਕਾਂ ਗੁਰਸਿੱਖ ਸੰਗਤਾਂ ਨੇ ਗੁਰਬਾਣੀ ਦੇ ਪਾਠ ਪੜ੍ਹ ਸੁਣ ਕੇ ਅਤੇ ਗੁਰੂ ਘਰ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਹੈ। ਸਾਧ ਸੰਗਤ ਜੀ, ਇੱਕ ਗੁਰਸਿੱਖ ਦੀ ਆਪਣੇ ਗੁਰੂ ਪ੍ਰਤੀ ਐਸੀ ਭਾਵਨਾ ਹੁੰਦੀ ਹੈ ਕਿ ਮੈਂ ਗੁਰੂ ਦੀ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲਵਾਂ। ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਰਠ ਰਾਗ ਅੰਦਰ ਇੱਕ ਗੁਰਸਿੱਖ ਦੀ ਭਾਵਨਾ ਨੂੰ ਦਰਸਾਉਂਦੇ ਹੋਏ ਦੱਸਦੇ ਹਨ ਕਿ ਇੱਕ ਗੁਰਸਿੱਖ ਦੀ ਭਾਵਨਾ ਇੰਝ ਹੁੰਦੀ ਹੈ ਜਿਵੇਂ ਕਿਸੇ ਭਿਖਾਰੀ ਦੀ ਵੱਡੇ ਦਾਤੇ ਤੋਂ ਕੋਈ ਭਿਖਾਰੀ ਵੱਡੇ ਦਾਤੇ ਤੋਂ ਆਸ ਰੱਖਦਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਠ ਰਾਗ ਵਿੱਚ ਫਰਮਾਨ ਕਰਦੇ ਹਨ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਸਾਹਿਬ ਫਰਮਾਨ ਕਰਦੇ ਹਨ ਕਿ ਹੇ ਪ੍ਰਭੂ, ਆਪ ਜੀ ਦਾਤੇ ਹੋ ਅਤੇ ਅਸੀਂ ਸਾਰੇ ਆਪ ਜੀ ਦੇ ਭਿਖਾਰੀ ਹਾਂ।
ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਅਤੇ ਆਪ ਜੀ ਸਾਰਿਆਂ ਨੂੰ ਪੂਰਨਤਾਈ ਨਾਲ ਦਾਨ ਦਿੰਦੇ ਹੋ। ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਕਾਹੇ ਕੋ ਡੋਲਤ ਹੈ, ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ। ਪਹਿਲੋ ਦੇਤਾ ਰਿਜ਼ਕ ਸਮਾਹਾ, ਪਿੱਛੋਂ ਦੇਤਾ ਜੰਤੂ ਪਾਹਾ। ਭਾਵ ਜੀਵ ਸੰਸਾਰ ਵਿੱਚ ਬਾਅਦ ਵਿੱਚ ਆਉਂਦਾ ਹੈ ਅਤੇ ਆਪ ਜੀ ਉਸ ਦੀ ਰੋਜੀ ਪਹਿਲਾਂ ਭੇਜ ਦਿੰਦੇ ਹੋ। ਜਿਵੇਂ ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਹੈ, ਪਰ ਮਾਤਾ ਦੇ ਅਸਥਨਾਂ ਵਿੱਚੋਂ ਦੁੱਧ ਪਹਿਲਾਂ ਉੱਤਰ ਆਉਂਦਾ ਹੈ, ਸੋ ਆਪ ਪੂਰਨਤਾਈ ਨਾਲ ਸਾਰਿਆਂ ਨੂੰ ਦਾਨ ਦਿੰਦੇ ਹੋ। ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਗੱਲ ਹੈ, ਮਹਿਤਾ ਨਗਰ ਦੇ ਇੱਕ ਮੁਸਲਮਾਨਾਂ ਦੇ ਘਰ ਇੱਕ ਮਿੱਟੀ ਦਾ ਤਵਾ ਹੁੰਦਾ ਸੀ, ਜਿਸ ਉੱਤੇ ਉਹ 7 ਸਾਲ ਤੱਕ ਰੋਟੀਆਂ ਪਕਾਉਂਦੇ ਰਹੇ। ਅਚਾਨਕ ਇੱਕ ਦਿਨ ਉਹ ਤਵਾ ਟੁੱਟ ਗਿਆ ਅਤੇ ਤਵੇ ਦੇ ਟੁੱਟਣ ਤੋਂ ਇੱਕ ਜਿਉਂਦਾ ਕੀੜਾ ਬਾਹਰ ਡਿੱਗਾ। ਸਾਧ ਸੰਗਤ ਜੀ, ਜਿਤਨੀ ਜਗ੍ਹਾ ਵਿੱਚ ਉਹ ਕੀੜਾ ਰਹਿੰਦਾ ਸੀ, ਅਕਸਰ ਉਤਨੀ ਜਗ੍ਹਾ ਤੋਂ ਹੀ ਰੋਟੀ ਕੱਚੀ ਰਿਹਾ ਕਰਦੀ ਸੀ। ਇਸੇ ਤਰ੍ਹਾਂ ਧਾਰੀਵਾਲ ਨਹਿਰ ਦੇ ਉੱਪਰ ਜਦੋਂ ਉਸ ਦੇ ਮੂੰਹ ਵਿੱਚ ਲੋਕਾਂ ਨੇ ਦੁੱਧ ਅਤੇ ਭੋਜਨ ਪਾਇਆ, ਤਾਂ ਉਸਨੇ ਪ੍ਰਮਾਤਮਾ ਨੂੰ ਸਲਾਹੁੰਦਿਆਂ ਹੋਇਆਂ ਕਿਹਾ ਕਿ ਪ੍ਰਮਾਤਮਾ ਬਿਨਾਂ ਹੱਥ ਪੈਰ ਹਿਲਾਉਣ ਤੋਂ ਵੀ ਦਿੰਦਾ ਹੈ, ਇਸ ਲਈ ਹਮ ਥਾਰੇ ਭਿਖਾਰੀ ਜੀਓ। ਹੇ ਪ੍ਰਭੂ, ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਹਾਂ। ਜੇਕਰ ਸਤਿਗੁਰੂ ਜੀ ਬਾਰ-ਬਾਰ ਮਿੰਨਤਾਂ ਕਰਨ ਤੋਂ, ਬੇਨਤੀਆਂ ਕਰਨ ਤੋਂ ਪ੍ਰਸੰਨ ਹੋ ਜਾਣ ਅਤੇ ਆਖਣ ਕਿ ਸਿੱਖਾ ਜੋ ਮੰਗਣਾ ਹੈ ਮੰਗ ਲੈ, ਤਾਂ ਸਤਿਗੁਰੂ ਜੀ ਅੱਗੇ ਇਉਂ ਬੇਨਤੀ ਕਰੀਏ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਬੇਨਤੀ ਕਰੀਏ ਕਿ ਹੇ ਪ੍ਰਮਾਤਮਾ, ਹੇ ਪ੍ਰਭੂ, ਮੈਂ ਆਪ ਜੀ ਤੋਂ ਕੀ ਮੰਗਣਾ ਕਰਾਂ, ਕਿਉਂਕਿ ਇਸ ਸੰਸਾਰ ਉੱਤੇ ਕੋਈ ਵੀ ਪਦਾਰਥ ਟਿਕਿਆ ਰਹਿਣ ਵਾਲਾ ਨਹੀਂ ਹੈ, ਭਾਵ ਨਾਸਵੰਤ ਹੈ। ਇਸ ਲਈ ਕਿਰਪਾ ਕਰਕੇ ਹਰ ਦੀਜੈ ਨਾਮ ਪਿਆਰੀ ਜੀਓ। ਕਿਰਪਾ ਕਰਕੇ ਆਪਣੇ ਨਾਮ ਰੂਪੀ ਪਿਆਰੀ ਚੀਜ਼ ਦੇਣਾ ਕਰੋ। ਅੱਗੇ ਫਰਮਾਨ ਕਰਦੇ ਹਨ, ਘਟ ਘਟ ਰਵ ਰਹਿਆ ਬਨਵਾਰੀ। ਪ੍ਰਮਾਤਮਾ ਘਟ ਘਟ ਵਿੱਚ ਰਵ ਰਿਹਾ ਹੈ। ਹੇ ਸੰਸਾਰ ਰੂਪੀ ਬਨ ਦੇ ਮਾਲਕ, ਆਪ ਜੀ ਘਟ ਘਟ ਵਿੱਚ ਰਵ ਰਹੇ ਹੋ। ਜਲ ਥਲ ਮਹੀਲ ਗੁਪਤੋ ਵਰਤੈ। ਆਪ ਜੀ ਜਲ ਵਿੱਚ, ਥਲ ਵਿੱਚ, ਮਹੀ ਤੋਂ ਭਾਵ ਪ੍ਰਿਥਵੀ ਅਤੇ ਅਲ ਤੋਂ ਭਾਵ ਆਕਾਸ਼ ਵਿੱਚ ਗੁਪਤ ਰੂਪ ਹੋ ਕੇ ਵਰਤ ਰਹੇ ਹੋ। ਇੱਥੇ ਸਤਿਗੁਰੂ ਜੀ ਨੂੰ ਪੁੱਛਣਾ ਕਰੀਏ ਕਿ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਕਿਵੇਂ ਹੋਵਣ, ਤਾਂ ਕਥਨ ਕਰਦੇ ਹਨ, ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਉਸ ਪ੍ਰਮਾਤਮਾ ਨੂੰ ਗੁਰੂ ਸ਼ਬਦ ਦੁਆਰਾ ਹੀ ਵੇਖਿਆ ਜਾ ਸਕਦਾ ਹੈ। ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਗੁਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਪ੍ਰਭੂ ਦੀ ਹੋਂਦ ਨੂੰ ਆਕਾਸ਼, ਪਤਾਲ ਅਤੇ ਪ੍ਰਿਥਵੀ ਉੱਤੇ ਵਿਖਾ ਦਿੱਤਾ ਹੈ।
ਸੋ ਬ੍ਰਹਮ ਅਜੋਨੀ ਹੈ ਭੀ ਹੋਨੀ। ਪ੍ਰਮਾਤਮਾ ਜੋ ਬ੍ਰਹਮ ਅਜੋਨੀਆਂ ਤੋਂ ਰਹਿਤ ਹੈ, ਭਾਵ ਜੂਨੀਆਂ ਤੋਂ ਰਹਿਤ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਹੈ। ਅੱਗੇ ਫਰਮਾਨ ਕਰਦੇ ਹਨ, ਘਟ ਭੀਤਰ ਦੇਖ ਮੁਰਾਰੀ ਜੀਓ। ਗੁਰਮੁਖ ਜਨਾਂ ਨੇ ਮੁਰ ਆਦਿਕ ਦੈਂਤਾਂ ਦੇ ਵੈਰੀ ਜੋ ਪ੍ਰਭੂ ਹਨ, ਉਹਨਾਂ ਨੂੰ ਆਪਣੇ ਹਿਰਦੇ ਅੰਦਰ ਵੇਖ ਲਿਆ ਹੈ। ਜਨਮ ਮਰਨ ਕੋ ਇਹੋ ਜਗ ਬੱਪੜੋ, ਇਨ ਦੂਜੈ ਭਗਤ ਵਿਸਾਰੀ ਜੀਓ। ਇਹ ਭਾਗਹੀਣ ਸੰਸਾਰ ਨੇ ਜਨਮ ਮਰਨ ਦਾ ਗੇੜਾ ਸਹੇੜ ਲਿਆ ਹੈ ਅਤੇ ਇਹਨਾਂ ਨੇ ਪ੍ਰਭੂ ਪਰਮਾਤਮਾ ਦੀ ਭਗਤੀ ਵਿਸਾਰ ਦਿੱਤੀ ਹੈ। ਸਤਿਗੁਰ ਮਿਲੈ ਤਾ ਗੁਰਮਤਿ ਪਾਈਐ, ਸਾਕਤ ਬਾਜੀ ਹਾਰੀ ਜੀਓ। ਸਤਿਗੁਰੂ ਜੀ ਕਥਨ ਕਰਦੇ ਹਨ, ਜੇ ਸਤਿਗੁਰੂ ਜੀ ਮਿਲ ਪੈਣ ਤਾਂ ਉਹਨਾਂ ਦੇ ਰਸਤੇ 'ਤੇ ਚੱਲਿਆਂ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪਰ ਮਾਇਆ ਦੇ ਬੇੜੇ ਇਹ ਜੀਵ ਇਸ ਜਨਮ ਦੀ ਬਾਜੀ ਹਾਰ ਗਿਆ ਹੈ। ਸਤਿਗੁਰ ਬੰਧਨ ਤੋੜ ਨਿਰਾਰੇ, ਬੋਹੜ ਨਾ ਗਰਭ ਮਝਾਰੀ ਜੀਓ। ਸਤਿਗੁਰੂ ਜੀ ਪ੍ਰਤੱਖ ਬੰਧਨਾਂ ਨੂੰ ਤੋੜਦੇ ਹਨ, ਭਾਵ ਸਤਿਗੁਰੂ ਜੀ ਨੇ ਜਿਸ ਨੂੰ ਵੀ ਪ੍ਰਤੱਖ ਬੰਧਨਾਂ ਤੋਂ ਮੁਕਤ ਕਰਕੇ ਇਸ ਸੰਸਾਰ ਵਿੱਚ ਨਿਰਮਲੇ ਕੀਤਾ ਹੈ, ਉਹ ਮਾਤਾ ਦੇ ਗਰਭ ਮਝਾਰੀ ਵਿੱਚ ਨਹੀਂ ਪੈਂਦਾ। ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਜੀ ਨੇ ਬਾਬਰ ਦੀ ਜੇਲ੍ਹ ਵਿੱਚੋਂ ਕੈਦੀ ਰਿਹਾ ਕੀਤੇ ਸਨ ਅਤੇ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕੀਤਾ ਸੀ, ਜੋ ਕਿ ਉਸ ਵਕਤ ਉਮਰ ਕੈਦੀ ਸਨ। ਅਤੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਤੋਂ 30 ਸਾਲ ਬਾਅਦ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਬਾਲਾ ਰਾਏ ਅਤੇ ਰੁਸਤਮ ਰਾਏ ਨੂੰ ਆਪਣੇ ਘੋੜੇ ਦੀਆਂ ਲਗਾਮਾਂ ਪਕੜਾ ਕੇ, ਆਪਣੇ ਘੋੜੇ ਦੀਆਂ ਰਕਾਬਾਂ ਪਕੜਾ ਕੇ ਬਾਹਰ ਕੱਢਿਆ ਸੀ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਪ੍ਰਤੱਖ ਬੰਧਨਾਂ ਨੂੰ ਤੋੜਦੇ ਹਨ ਅਤੇ ਪ੍ਰਤੱਖ ਬੰਧਨਾਂ ਨੂੰ ਤੋੜ ਕੇ ਜੀਵ ਨੂੰ ਨਿਰਮਲਾ ਕਰਦੇ ਹਨ। ਅੱਗੇ ਫਰਮਾਨ ਕਰਦੇ ਹਨ, ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਜਿਸ ਜੀਵ ਦੇ ਮਨ ਵਿੱਚ ਹਰੀ ਪ੍ਰਮਾਤਮਾ ਵਸਿਆ ਹੈ, ਉਸ ਦੇ ਅੰਦਰ ਗਿਆਨ ਰਤਨ ਦਾ ਪ੍ਰਕਾਸ਼ ਹੋਇਆ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਸੰਗਤਾਂ ਨੂੰ ਨਾਲ ਲੈ ਕੇ ਆਗਰੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਰਹੇ ਸਨ। ਜਦੋਂ ਬਿਆਸ ਦਰਿਆ ਦੇ ਕੰਢੇ ਪੁੱਜੇ ਤਾਂ ਵੇਖਿਆ ਕਿ ਦਰਿਆ ਨੂੰ ਪਾਰ ਕਰਨ ਵਾਸਤੇ ਬੇੜੀ ਉੱਤੇ ਮਲਾਹ ਨਹੀਂ ਸੀ। ਤਾਂ ਭਾਈ ਗੁਰਦਾਸ ਜੀ ਖੜੇ ਹੋ ਕੇ ਸੋਚਣ ਲੱਗੇ। ਤਾਂ ਉਹਨਾਂ ਨੂੰ ਗੁਰੂ ਦਾ ਸ਼ਬਦ ਰੂਪ ਜਹਾਜ਼ ਚੇਤੇ ਆਇਆ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਭਾਈ ਗੁਰਦਾਸ ਜੀ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਹੇ ਸੰਗਤ ਜੀ, ਸਤਿਗੁਰਾਂ ਦੇ ਸ਼ਬਦ ਜਹਾਜ਼ ਰੂਪ ਹਨ, ਜੋ ਕਿ ਸੰਸਾਰ ਰੂਪ ਸਮੁੰਦਰ ਤੋਂ ਪਾਰ ਲੰਘਾਉਂਦੇ ਹਨ।
ਕਿ ਹੇ ਸੰਗਤ ਜੀ, ਆਪਾਂ ਵੀ ਗੁਰੂ ਦਾ ਸ਼ਬਦ ਪੜ੍ਹਦੇ ਹੋਏ ਇਸ ਛੋਟੇ ਜਿਹੇ ਦਰਿਆ ਨੂੰ ਪਾਰ ਕਰ ਲੈਂਦੇ ਹਾਂ। ਤਾਂ ਭਾਈ ਗੁਰਦਾਸ ਜੀ ਅੱਗੇ ਅੱਗੇ ਅਤੇ ਸੰਗਤ ਗੁਰੂ ਦਾ ਸ਼ਬਦ ਪੜ੍ਹਦੇ ਹੋਏ ਪਿੱਛੇ ਪਿੱਛੇ ਉਸ ਦਰਿਆ ਨੂੰ ਪਾਰ ਕਰ ਲੈਂਦੇ ਹਨ। ਸੋ ਇਸੇ ਤਰ੍ਹਾਂ ਗੁਰੂ ਦੇ ਸ਼ਬਦ ਜਹਾਜ਼ ਰੂਪ ਹਨ, ਜੋ ਕਿ ਪ੍ਰਤੱਖ ਸਮੁੰਦਰ ਤੋਂ ਵੀ ਅਤੇ ਸੰਸਾਰ ਸਮੁੰਦਰ ਤੋਂ ਵੀ ਜੀਵ ਨੂੰ ਪਾਰ ਲਗਾਉਂਦੇ ਹਨ। ਸੋ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਹੇ ਸਤਿਗੁਰੂ ਜੀ, ਕਿਰਪਾ ਕਰੋ, ਆਪਣਾ ਸ਼ਬਦ ਰੂਪ ਜਹਾਜ਼ ਬਖਸ਼ੋ, ਤਾਂ ਜੋ ਅਸੀਂ ਇਸ ਸੰਸਾਰ ਰੂਪ ਸਮੁੰਦਰ ਵਿੱਚੋਂ ਪਾਰ ਹੋ ਜਾਈਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਸਾਧ ਸੰਗਤ ਜੀ, ਇਤਨੀ ਕਾ ਹਾਜ਼ਰੀ ਪ੍ਰਵਾਨ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਭਾਈ ਕਰਮਜੀਤ ਸਿੰਘ ਨੂੰ ਬੇਨਤੀ ਆ, ਉਹ ਵੀ ਸਰਪੌ ਲੈਣ ਦੀ ਕਿਰਪਾਲਤਾ ਕਰਨ। ਬੋਲੇ ਸੋ ਨਿਹਾਲ।